अगर इसनों काम नू करना है तो काम जेडे नवे कर रहे हैं काम 7-8 मजे तो शुरू करे 1-2 मजे का कोई कारोबार नहीं है और खर्चे भी पूरा नहीं करती तो जितना बेहतर जितनी बेहतर इन्वेस्टमेंट करोगे उतना बेहतर रिजल्ट देगी। दूध एवरेज 5-6 महीने तो लगातार दूध मज देती है माशाल्लाह। उस टाइम तो मज जी चंगे दूध देने वाली है 700-800 रुपये छड़ देती है। जेड़ा ना पट्ठे में मेहते नहीं देता इतना। अच्छा मैं ज्यादा देना वनडे नू जी जी ज्यादा दूध तूड़ी ते वनडे अस्सलाम वालेकुम। वालेकुम सलाम सर की हाल है जनाब दा? अल्लाह शुक्र। जनाब दा नाम की है? रोशबाज यामीन। सर किस इलाके तुम हो? ਅਸੀਂ ਜ਼ਿਲ੍ਹਾ ਸਿਆਲਕੋਟ ਮੰਡੀ ਸਮੜਿਆ। ਸਰ ਤੁਸੀਂ ਕਿੰਨੇ ਅਰਸੇ ਤੋਂ ਜਾਨਵਰਾਂ ਦਾ ਕਾਰੋਬਾਰ ਕਰਦੇ ਹੋ ਪਏ? ਤਕਰੀਬਨ 2.5 ਤੋਂ 3 ਸਾਲ ਹੋ ਗਏ ਤਕਰੀਬਨ ਕਰਦੇ ਆ। ਮਾਸ਼ਾਅੱਲਾ। ਇਸ ਤੋਂ ਪਹਿਲੇ ਤੁਹਾਡਾ ਕੀ ਕਾਰੋਬਾਰ ਸੀ? ਇਸ ਤੋਂ ਪਹਿਲਾਂ ਮੇਰਾ ਹੋਲਸੇਲ ਸੀ ਅੰਡੇ ਦਾ ਬਿਜ਼ਨਸ ਪੂਰੇ ਇਲਾਕੇ ਨੂੰ ਸਪਲਾਈ ਦੇਈ ਸੀ। ਅੱਛਾ ਅੱਛਾ ਸਰ ਅਸੀਂ ਤਕਰੀਬਨ 20-25 ਸਾਲ ਮੈਂ ਤਕਰੀਬਨ। ਤੁਸੀਂ 20-25 ਸਾਲ ਉਹ ਕੰਮ ਕਰਨ ਤੋਂ ਬਾਅਦ ਉਹ ਕੰਮ ਨੂੰ ਛੱਡ ਕੇ ਤੁਸੀਂ ਮੱਝਾਂ ਦੇ ਕਾਰੋਬਾਰ ਵਿੱਚ ਆ ਗਏ ਹੋ। ਤੁਸੀਂ ਕੀ ਸਮਝਦੇ ਹੋ ਉਹ ਕੰਮ ਬਿਹਤਰ ਸੀ ਜਾਂ ਇਹ ਕੰਮ ਬਿਹਤਰ ਹੈ? मेरे हिसाब नाल बेहतर है। वो होंदा सी सीजन वाई 6 महीने हो गया 6 महीने ना होया क्योंकि सेल अंडे की सेल होंदी हमेशा स्याल तो गर्मी च इन्ना कम नहीं होंदा तो फिर इंतजार करीदा सी। यह माशाल्लाह 12 महीने सवेरे भी काम राती भी काम दोनों टाइम अल्लाह पाक रिजक देंदा माशाल्लाह। यानी कि ਤੁਹਾਨੂੰ ਕੰਮ ਬਿਹਤਰ ਲੱਗਿਆ ਤੇ ਇਹਦੇ ਚ ਕੰਮ ਹੈ ਹੱਕ ਲਾਲ ਦਾ ਨਾ ਦੁੱਧ ਚ ਪਾਣੀ ਪਾਣਾ ਨਾ ਝੂਠ ਬੋਲਣਾ ਜੋ ਸ਼ਾਇਦ ਸਾਹਮਣੇ ਹੋਣੀ ਹੈ ਜ਼ਬਰਦਸਤ। ਇੱਥੇ ਇਨਸ਼ਾਅੱਲਾ ਸਾਡੇ ਆਲਰੇਡੀ ਜਿਹੜਾ ਨਾ ਸਾਡੇ ਦੁੱਧ ਡੇਰੇ ਤੇ ਨਿਕਲ ਜਾਂਦਾ ਤਕਰੀਬਨ ਸਾਰਾ। ਠੀਕ ਹੈ ਮਾਸ਼ਾਅੱਲਾ। ਤੇ ਸਰ ਤੁਹਾਡੇ ਫਾਰਮ ਤੇ ਇਸ ਟਾਈਮ ਟੋਟਲ ਕਿੰਨੇ ਜਾਨਵਰ ਨੇ? ਇਸ ਟਾਈਮ ਹੈ ਕੋਈ 20-21 ਜਾਨਵਰ ਨੇ ਤਕਰੀਬਨ। ਤੇ ਤੁਸੀਂ ਇਹ ਜਿਹੜੀ 20 ਕੀ ਜਾਨਵਰ ਖਰੀਦੇ ਨੇ ਇਹਨਾਂ ਦੀ ਖਰੀਦਦਾਰੀ ਦੇ ਮੁਤਲਕ ਦੱਸੋ। ਤੁਸੀਂ ਇੱਕ ਦਫਾ ਖਰੀਦੇ ਨੇ ਜਾਂ ਸਟੈਪ ਬਾय ਸਟੈਪ ਲਏ ਨੇ ਜਾਨਵਰ? ਮੈਂ ਤਕਰੀਬਨ 2 ਮੰਥ ਚ ਖਰੀਦੇ ਨੇ ਆ। ਅੱਛਾ ਤੁਸੀਂ ਇਹ ਦੱਸੋ ਜਿਹੜੀਆਂ ਮੱਝਾਂ ਨੇ ਕਿਹੜੀ ਨਸਲ ਦੀਆਂ ਨੇ ਤੇ ਜਦੋਂ ਤੁਸੀਂ ਮੱਝਾਂ ਖਰੀਦਦੇ ਹੋ ਉਹਨਾਂ ਦੀ ਕਿਹੜੀ ਕਿਹੜੀ ਹੂਬੀ ਨੂੰ ਵੇਖ ਕੇ ਤੇ ਮੱਝ ਲੈਂਦੇ ਹੋ? ਮੱਝ ਜ਼ਿਆਦਾ ਜੇ ਖੂਬਸੂਰਤੀ ਲਈ ਵੇਖੀ ਦੀ ਮੱਝ ਦੀ ਗੋਲ ਸਿੰਘ ਹੋਣ ਲੰਬੀ ਪੁੱਛੜ ਹੋਵੇ ਵਾਂਦਾ ਮਾਸ਼ਾਅੱਲਾ ਸਾਰੇ ਥਾਂ ਚੋ ਆਪਣੀ ਜਗ੍ਹਾ ਤੇ ਹੋਣ ਇਸ ਵਾਸਤੇ ਖੂਬਸੂਰਤੀ ਜ਼ਿਆਦਾ ਤੇ ਦੁੱਧ ਤੇ ਜ਼ਿਆਦਾ ਮੱਝਾਂ 3-4 ਸੂਏ ਜਾ ਕੇ ਦਿੰਦੀਆਂ ਨੇ। ਅੱਛਾ ਤੇ ਰੇਟ ਵਾਈਜ਼ ਵੇਖੀਏ ਤੇ ਪਹਿਲਾਂ ਤੋਂ ਦੂਸਰਾ ਜ਼ਿਆਦਾ ਬਿਹਤਰ ਹੁੰਦੀਆਂ ਨੇ। ਅੱਛਾ ਕਿਹੜੀ ਸਾਈਡ ਤੋਂ ਜਾ ਕੇ ਖਰੀਦੇ ਮੱਝਾਂ? ਮੈਂ ਜ਼ਿਆਦਾ ਖਰੀਦੇ ਨੇ ਉਹ ਕਾੜੇ ਮੰਡੀ ਚੋਂ ਜਾਂ ਪਾਕ ਪਤਨ। ਲਈਆਂ ਮੰਡੀ ਚੋਂ ਹੀ ਨੇ? ਨਹੀਂ ਕੋਈ ਪਾਕ ਪਤਨ ਘਰੋਂ ਖਰੀਦੀਆਂ ਹਨ ਡੇਰਿਆਂ ਤੋਂ ਤੇ ਮੰਡੀ ਚ ਲਈਆਂ ਹਨ ਕਾੜੇ ਆ ਕੇ। ਤੇ ਤੁਹਾਡਾ ਕਿਹੜਾ ਆਈਡੀਆ ਬਿਹਤਰ ਹੈ ਮੰਡੀ ਚੋਂ ਬਿਹਤਰ ਹੈ ਜਾਂ ਘਰਾਂ ਚੋਂ ਜਾ ਕੇ ਲੈਣਾ ਬਿਹਤਰ ਹੈ? ਮੇਰੇ ਤਾਂ ਜ਼ਿਆਦਾ ਬਿਹਤਰ ਹੈ ਮੈਨੂੰ ਲੱਗਿਆ ਕਿ ਮੰਡੀ ਜ਼ਿਆਦਾ ਬਿਹਤਰ ਹੈ। ਅੱਛਾ ਜਿਹੜੀ ਅੱਛੀ ਮੰਡੀਆਂ ਚੀਚਾ ਬਤਰੀ ਦੀ ਹੋਗੀ ਉਹ ਕਾੜੇ ਦੀ ਹੋਗੀ ਜੀ ਜੀ ਉੱਥੇ ਡੰਗਰ ਨੂੰ ਹਵਾ ਆਪਣਾ ਡੱਕਾ ਨਹੀਂ ਲਾਉਂਦੇ। ਅੱਛਾ ਅੱਛਾ ਬਿਹਤਰੀਨ ਜਿਹੜੇ ਆ ਨਾ ਆਪਣੀ ਮਰਜ਼ੀ ਨਾਲ ਚੈੱਕ ਕਰ ਲੈਂਦਾ ਬੰਦਾ ਇੱਕ ਟਾਈਮ 2 ਟਾਈਮ ਚੋ ਕੇ ਬੰਦਾ ਲੈ ਸਕਦਾ। ਠੀਕ ਹੈ। ਤੇ ਤੁਹਾਡੇ ਕੋਲ ਇਸ ਟਾਈਮ ਜਿਹੜੀਆਂ ਮੱਝਾਂ ਨੇ ਕਿਹੜੀ ਕਿਹੜੀ ਨਸਲ ਦੀਆਂ ਨੇ? ਸਾਡੇ ਕੋਲ ਆਪਣਾ ਜ਼ਿਆਦਾ ਤੇ ਆਪਣਾ ਕਰਾਸੀ ਨੇ ਨੀਲੀ ਦਾ ਤੇ ਦੂਸਰੀ ਅੰਦਰ ਰਾਵੀ ਦਾ। ਅੱਛਾ ਤੇ ਦੋਵੇਂ ਨਸਲ ਦੇ ਮਾਸ਼ਾਅੱਲਾ। ਅੱਛਾ ਨੀਲੀ ਰਾਵੀ ਜ਼ਿਆਦਾਤਰ। ਠੀਕ ਹੈ। ਤੇ ਸਰ ਤੁਸੀਂ 20-21 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਸ਼ਤ ਕੀਤੇ ਨੇ? ਮੇਰੇ ਕੋਲ ਇਸ ਟਾਈਮ ਤਕਰੀਬਨ 3 ਕਿੱਲੇ ਪਿਆਲੀ ਹੈ। ਇਹ ਜ਼ਮੀਨ ਆਪਣੀ ਹੈ? ਮੈਂ ਜਿਹੜਾ ਨਾ ਪੱਠੇ ਨੂੰ ਮੇਹਤੇ ਨਹੀਂ ਦਿੰਦਾ ਇਤਨਾ। ਅੱਛਾ ਮੈਂ ਜ਼ਿਆਦਾ ਦਿੰਦਾ ਵੰਡੇ ਨੂੰ ਜੀ ਜੀ ਜਿਆਦਾ ਦੁੱਧ ਤੂੜੀ ਤੇ ਵੰਡੇ ਚ। ਅੱਛਾ 20 ਕਿਲੋ 10 ਕਿਲੋ ਵੀ ਜਿਹੜਾ ਨਾ ਚੱਲ ਜਾਂਦਾ। ਠੀਕ ਹੈ। ਯਾਨੀ ਕਿ ਵੰਡਾ ਇਹਨਾਂ ਨੂੰ ਖਿਲਾਓ ਅੱਛਾ ਤੇ ਦੁੱਧ ਜ਼ਿਆਦਾ ਲਵੋ। ਜ਼ਿਆਦਾ ਦੁੱਧ ਲਿਓ ਤੇ ਇਨਸ਼ਾਅੱਲਾ ਡੰਗਰ ਵੀ ਸੌਖਾ ਰਹਿੰਦਾ ਤੇ ਮੁਲਾਜ਼ਮ ਵੀ ਸੌਖੇ ਰਹਿੰਦੇ ਨੇ। ਠੀਕ ਹੈ। ਸਰ ਤੁਸੀਂ ਰੋਜ਼ਾਨਾ ਜਿਹੜੀ ਚੰਗੀ ਮੈਂ ਵੇ ਜ਼ਿਆਦਾ ਦੁੱਧ ਦੇਣ ਵਾਲੀ ਮੈਂ ਉਹਨੂੰ ਕਿੰਨਾ ਵੰਡਾ ਖਿਲਾਉਂਦੇ ਹੋ ਤੇ ਵੰਡੇ ਦੀ ਕੀ ਰੇਸ਼ੋ ਹੁੰਦੀ ਹੈ? ਯਾਨੀ ਕਿ ਇੱਕ ਮੈਂ ਕਿੰਨਾ ਦੁੱਧ ਦੇ ਤੇ ਉਹਨੂੰ ਕਿੰਨਾ ਵੰਡਾ ਪਾਣਾ ਹੈ? ਵੰਡਾ ਪਹਿਲੇ ਅਸੀਂ ਸ਼ੁਰੂ ਸਟਾਰਟ ਮੈਂ ਕੀਤਾ ਸੀ ਖਾਲ ਚੋਖਰ ਵਗੈਰਾ ਤੋਂ ਆਪਣਾ ਕਈ ਦਾ ਦਲੀ ਆਪਣਾ ਦਲਾਈ ਦਾ ਸੀ ਹੁਣ ਆਪਣਾ ਪੰਜਨਾ ਦਾਲੇ ਦਾ ਵੰਡਾ ਇਹ ਯੂਜ਼ ਕਰੀਦਾ। ਅੱਛਾ ਬਿਹਤਰ ਰਿਜ਼ਲਟ ਹੈ ਮਾਸ਼ਾਅੱਲਾ। ਅੱਛਾ ਦਾ ਰਿਜ਼ਲਟ ਬਿਹਤਰ ਹੈ ਤੇ ਵੰਡਾ ਕਿੰਨਾ ਖਿਲਾਉਂਦੇ ਹੋ ਇੱਕ ਮੈਂ ਨੂੰ? ਜਿਹੜੇ ਦੁੱਧ 15-14 ਸੇ ਦੁੱਧ ਵਾਲੀ ਹੈ ਉਹਨੂੰ ਦੇ ਦਿੰਦਾ 6 ਤੋਂ 7 ਕਿਲੋ। ਅੱਛਾ ਜਿਹੜੀ 15-16 ਕਿਲੋ ਦਿੰਦੀ ਹੈ ਉਹਨੂੰ 6 ਕਿਲੋ ਵੰਡਾ। ਹਾਂਜੀ ਤੇ 3 ਕਿਲੋ ਸਵੇਰ 3 ਕਿਲੋ ਸ਼ਾਮੀ 3 ਕਿਲੋ ਸ਼ਾਮੀ। ਠੀਕ ਹੈ। ਯਾਨੀ ਤੁਸੀਂ ਵੰਡਾ ਜ਼ਿਆਦਾ ਖਿਲਾਉਂਦੇ ਹੋ? ਵੰਡਾ ਜ਼ਿਆਦਾ ਤੇ ਜਿਹੜਾ ਸਬਜ਼ ਚਾਰਾ ਤੇ ਤੂੜੀ ਹੈ ਉਹ ਰੋਜ਼ਾਨਾ ਦੀ ਇੱਕ ਮੈਂ ਨੂੰ ਕਿੰਨੀ ਖਿਲਾਉਂਦੇ ਹੋ? ਤੂੜੀ ਤਕਰੀਬਨ ਐਵਰੇਜ ਨਾਲ ਮੱਝ ਖਾ ਜਾਂਦੀ 5 ਤੋਂ 6 ਕਿਲੋ ਤੱਕ ਵੰਡੇ ਦੇ ਨਾਲ। ਤੂੜੀ ਤੇ ਸਬਜ਼ ਚਾਰਾ ਕਿੰਨਾ? ਸਬਜ਼ ਚਾਰਾ ਤੇ 20 ਕਿਲੋ ਤੱਕ ਤਕਰੀਬਨ। ਸਬਜ਼ ਚਾਰਾ ਤੁਸੀਂ ਉਹ ਜਿਹੜੀ ਜ਼ਮੀਨ ਦਾ ਜ਼ਿਕਰ ਕੀਤਾ 3 ਕਿੱਲੇ ਕਾਸ਼ਤ ਕੀਤਾ ਉਹ ਜ਼ਮੀਨ ਠੇਕੇ ਤੇ ਲਈ ਹੈ ਜਾਂ ਕੀ ਸਿਸਟਮ? 2 ਕਿੱਲੇ ਠੇਕੇ ਤੇ ਲਈ ਹੈ ਜੇ 1 ਕਿੱਲੇ ਮੇਰਾ ਆਪਣਾ ਹੈ। ਠੀਕ ਹੈ। ਅੱਛਾ ਸਰ ਇੱਕ ਬੜਾ ਅਹਿਮ ਸਵਾਲ ਹੈ ਤੁਹਾਡੇ ਯਾਨੀ ਕਿ ਪੱਠੇ ਵੀ ਤਕਰੀਬਨ ਮੁੱਲ ਦੇ ਹੀ ਹੋਏ ਜਿਹੜੀ ਠੇਕੇ ਤੇ ਜ਼ਮੀਨ ਹੈ ਵੰਡਾ ਵੀ ਤੁਹਾਡਾ ਬਾਜ਼ਾਰੋਂ ਵੇ ਜੀ ਇੱਕ ਜਿਹੜੀ ਮੈਂ ਵੇ ਉਹਦੇ ਤੇ ਕਿੰਨਾ ਖਰਚਾ ਆ ਜਾਂਦਾ? ਤਕਰੀਬਨ 450 ਤੋਂ 500 ਤੱਕ ਖਰਚਾ ਆ ਜਾਂਦਾ ਇੱਕ।
ਅਗਰ वनडे इस्तेमाल करके ਇਸਤੇਮਾਲ ਕਰਕੇ ਹਾਂਜੀ। ਮਜ਼ਦੂਰੀ ਵੀ ਸ਼ਾਮਲ ਹੈ ਵਿੱਚ? सारा कुछ मजदूरी खर्चे बिजली दे बिल शिल पा के सारे खर्चे पा के 450 पौने 500 मज खा जाती है। ਠੀਕ ਹੈ। ਤੇ ਜਿਹੜੀ ਮੱਝ 4.5 ਪੌਣੇ 500 ਖਾਂਦੀ ਏ ਉਹ ਮਾਲਕ ਨੂੰ ਕੀ ਬਚਤ ਦਿੰਦੀ ਹੈ? दुध एवरेज 5-6 महीने तो लगातार दुध मज देती है माशाल्लाह। उस टाइम तो मज जी चंगे दुध देने वाली है 700-800 रुपये छड़ देती है। ਠੀਕ ਹੈ। ਅੱਛਾ, ਜਿਹੜੀ ਮੱਝ 5-6 ਮਹੀਨੇ ਸਿੱਧਾ ਤੇ ਕਹਿੰਦੇ ਐਵਰੇਜ ਠੀਕ ਹੈ, ਉਸ ਤੋਂ ਬਾਅਦ ਦੁੱਧ ਘਟਾਈ ਜਾਂਦੀ ਜਾਂ ਕਿ ਬਿਲਕੁਲ ਹੀ ਖਤਮ ਕਰ दुध ਦਿੰਦੀ? घटा जाती है एवरेज थले आ जाती 10 ते 9 ते 8 तक आ जाती है। ठीक है। चंगी मज ते ਤੇ ਮੱਝ ਜਦੋਂ ਸੂਣ ਦੇ ਕਰੀਬ ਹੁੰਦੀ ਏ ਉਦੋਂ ਜਾਂ ਕਿੰਨੇ ਵਾਂ ਮਹੀਨੇ ਜਲਦੀ ਪਹਿਲੇ ਉਹਨੂੰ ਛੱਡ ਦਿੰਦੇ ਹੋ? जै वन जल्दी ला गया फिर तैयार कर ली थी अपने कोल ही। जी। पिछली बार माशाल्लाह 9 बजे अपने घर ही तैयार की माशाल्लाह। ऐसी भी सारी इंशाल्लाह नवे दुध हुई हैं। ਠੀਕ ਹੈ। ते बाकी जेह्ड़े नहीं हो फिर सेल करके दूसरी पा ली दी है। ਅੱਛਾ, ਜਿਹੜੀ ਵਨ ਨਹੀਂ ਲੱਗਦੀ ਉਹਨੂੰ ਸੇਲ ਕਰ ਦਿੰਦੇ ਹੋ? ਉਹ ਫਿਰ ਕੋਈ ਮਾਲਕ ਨੂੰ ਬਚਤ ਦੇਈ ਜਾਂਦੀ ਹੈ ਕਿ ਉਹ ਨੁਕਸਾਨ 'ਚ ਜਾਂਦੀ ਹੈ ਜਿਹੜੀ ਵਨ ਨਾ ਲੱਗੇ? वन ना लगे नहीं अपने आप तकरीबन नेड़े ला जाती है वो भी। उन्हें लगातार नेड़े कम से कम सेल ते करनी जाके 9-10 महीने बाद ਜੀ तो पैसे नेड़े ला जाती है। ਠੀਕ ਹੈ। ਅੱਛਾ ਸਰ, ਤੁਸੀਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ ਤੇ ਹਰ ਇਨਸਾਨ ਨੂੰ ਕਾਰੋਬਾਰ ਸ਼ੁਰੂ ਕਰਦੇ ਵਕਤ ਮੁਸ਼ਕਲਾਂ ਵੇਖਣੀਆਂ ਪੈਂਦੀਆਂ ਨੇ। ਤੁਹਾਨੂੰ ਕਿਹੜੀ ਮੁਸ਼ਕਲਾਂ ਦਾ ਇਸ ਕਾਰੋਬਾਰ ਸਾਹਮਣਾ ਕਰਨਾ ਪਿਆ? मुश्किलात ही सिर्फ एक ही है कि लेबर दी, बाकी कोई मुश्किल नहीं है। सारी शे हर चीज़ मिल जाती है इतने अड्डे पर। ना भी बंदा अपने मुल दे लिया अड्डे ते पट्ठे लिया सकता है, वंडा भी मिलता है। लेबर की प्रॉब्लम है सिर्फ, बाकी कोई प्रॉब्लम नहीं। ਲੇਬਰ ਦੀ ਇਹਦੇ ਪ੍ਰੋਬਲਮ ਚ ਮਾਸ਼ਾਅੱਲਾ ਸਭ ਤੋਂ ਬਿਹਤਰ ਕੰਮ ਤੇ ਲੇਬਰ ਦੀ ਪ੍ਰੋਬਲਮ ਫਿਰ ਕੰਜ ਹੱਲ ਕੀਤਾ ਜਾ ਸਕਦਾ ਹੈ? ਲੇਬਰ ਦਾ ਇਸ ਤਰ੍ਹਾਂ ਹੀ ਹੈ ਕਿ ਅੱਲਾ ਜਾਨਵਰ ਜ਼ਿਆਦਾ ਵਧਾ ਲਓ, ਬੰਦੇ ਜਿਸ ਦੋ ਨੇ ਉਸ ਤਿੰਨ ਰੱਖ ਲਓ, ਉਹਨਾਂ ਵੀ ਅੱਲਾ ਪਾ ਖਰਚਾ ਕੱਢ ਦਿੰਦਾ ਵਿੱਚੋਂ। ਤੁਸੀਂ ਲੇਬਰਾਂ ਨੂੰ ਇਸ ਟਾਈਮ ਕੀ ਤਨਖਾਹ ਦੇ ਰਹੇ ਹੋ? ਮੈਂ ਤਕਰੀਬਨ 17-18 ਹਜ਼ਾਰ ਰੁਪਏ ਇੱਕ ਬੰਦੇ ਨੂੰ ਦੇ ਰਿਹਾ ਇਸ ਟਾਈਮ। 17-18 ਹਜ਼ਾਰ ਰੁਪਇਆ। ਹਾਂਜੀ। ਇਹ ਤੁਸੀਂ 21 ਜਾਨਵਰ ਮਾਸ਼ਾਅੱਲਾ ਰੱਖੇ ਨੇ। 21 ਜਾਨਵਰਾਂ ਤੇ ਕਿੰਨੀ ਲੇਬਰ ਤੁਸੀਂ ਰੱਖੀ ਹੈ? 2 ਬੰਦੇ ਰੱਖੇ ਨੇ ਮੈਂ। ਅੱਛਾ ਸਰ, ਕੋਈ ਅਗਰ ਬੰਦਾ ਲੇਬਰ ਤੋਂ ਬਗੈਰ ਕਾਰੋਬਾਰ ਕਰਨਾ ਚਾਹੁੰਦਾ ਤੁਹਾਡਾ ਕੀ ਖਿਆਲ ਉਹ ਕਰ ਸਕਦਾ ਹੈ? ਜੇ ਆਪੇ ਕਰ ਨੂੰ ਜਾਂਚ ਹੋਵੇ ਪੱਠੇ ਵੱਢਣ ਦੀ, ਧਾਰਾਂ ਚੋਣ ਦੀ, 5-7 ਮੱਝਾਂ ਦਾ ਇਸੀ ਕਰ ਲੈਂਦਾ ਤੇ ਤੇ ਜ਼ਿਆਦਾ ਰੱਖੇ ਤਾਂ ਫਿਰ ਲੇਬਰ ਰੱਖਣੀ ਪੈਂਦੀ। ਕੁਝ ਲੋਕ ਹੁੰਦੇ ਨੇ ਉਹ ਸਾਈਲੇਜ ਦਾ ਇਸਤੇਮਾਲ ਕਰਵਾਉਂਦੇ ਨੇ, ਕਹਿੰਦੇ ਨੇ ਕਿ ਉਹ ਜਿਹੜਾ ਲੇਬਰ ਹੈ ਉਹ ਵੀ ਉਹਦੀ ਵੀ ਬਚਤ ਹੋ ਜਾਂਦੀ ਹੈ ਤੇ ਸਾਈਲੇਜ ਬਿਹਤਰ ਹੁੰਦਾ ਹੈ। ਤੁਹਾਡਾ ਕੋਈ ਤਜਰਬਾ ਰਿਹਾ ਸਾਈਲੇਜ ਦਾ? ਸਾਜ ਮੈਂ ਯੂਜ਼ ਕੀਤਾ ਹੈ ਕਿ ਥੋੜੇ ਦਿਨ ਹੀ ਕੀਤਾ, ਬਲ ਮੈਨੂੰ ਅੱਛਾ ਨਹੀਂ ਲੱਗਿਆ ਨਾ। ਤੇ ਕੀ ਉਹਦੇ ਵਿੱਚ ਤੁਸੀਂ ਹਾਮੀ ਵੇਖੀ ਹੈ, ਕੀ ਵਜ੍ਹਾ ਬਣੀ? ਹਾਮੀ ਇਹ ਹੈ ਕਿ ਆਪਣਾ ਉਹਦੇ ਜਿਹੜਾ ਨਾ ਦਾਲ ਹਲਕਾ ਸਮੈਲ ਆਉਂਦੀ ਦੁੱਧ ਵਿੱਚ। ਅੱਛਾ। ਜਿਹੜੀ ਹੈ ਨਾ ਸੇਲ ਕਰੀਏ ਨਾ ਤਰਾਜ ਵੀ ਕਰਦੇ ਨੇ ਕਈ। ਅੱਛਾ, ਯਾਨੀ ਕਿ ਉਹ ਫਿਰ ਦੁੱਧ ਵਿੱਚ ਸਮੈਲ ਹੁੰਦੀ ਦੁੱਧ ਹੈ? ਪਤਲਾ ਗਾੜਾ ਨਹੀਂ ਜਾਂਦਾ, ਤੂੜੀ ਦੇ ਨਾਲ ਦੁੱਧ ਸੰਗਣਾ ਵੀ ਹੁੰਦਾ ਤੇ ਖੁਸ਼ਬੂ ਵੀ ਆਉਂਦੀ ਹੈ। ਠੀਕ ਹੈ। ਜਿਹੜਾ ਹੈ ਨਾ ਸੈਲਜ ਨਾਲ ਇਹਦੇ ਨਾਲ ਗਾੜਾ ਨਹੀਂ ਹੁੰਦਾ ਦੁੱਧ। ਠੀਕ ਹੈ, ਬੜੀ ਅੱਛੀ ਗੱਲ ਦੱਸੀ ਹੈ ਸਰ। ਜਿਹੜੀ ਮੈਂ ਦੁੱਧ ਕੰਮ ਦਿੰਦੀ ਏ ਉਹਦਾ ਤੁਹਾਡੇ ਕੋਲ ਕੋਈ ਹੱਲ ਲੈ ਆਵੇ? ਉਹਨੂੰ ਕੀ ਖਵਾਇਆ ਜਾਏ, ਕੀ ਪਿਲਾਇਆ ਜਾਏ ਕਿ ਦੁੱਧ ਜ਼ਿਆਦਾ ਦੇ? ਉਹਨੂੰ ਸਿਰਫ ਉਹਦਾ ਰੱਖਣਾ ਦੇਸੀ ਇਲਾਜ ਚਾਹੀਦਾ, ਇਹਨੂੰ ਚੰਗਾ ਦਿੱਤਾ ਜਾ, ਆਪਣਾ ਸ਼ੱਕਰ ਵਗੈਰਾ ਠੰਡੀ ਛਾਂ ਦਿੱਤੀ ਜਾਂ ਮਸਾਲੇ ਦਿੱਤੇ ਜਾਣ। ਅਸੀਂ ਹੁਣ ਕਈ ਮੱਝਾਂ ਤੇਲ ਤੇ ਦਰਦ ਮਿਰਚ ਦਿੰਦੇ ਆ, ਉਹਦੇ ਹਾਜ਼ਮੇ ਵਾਸਤੇ ਬਿਹਤਰ ਵੀ ਹੋ ਜਾਂਦਾ, ਦੁੱਧ ਦੀ ਆਵਾਜ਼ ਬਿਹਤਰ ਹੋ ਜਾਂਦੀ। ਇਹ ਜਿਹੜਾ ਤੁਸੀਂ ਤੇਲ ਤੇ ਨਾਲ ਦਾਦੜ ਮਿਰਚ, ਹਾਂਜੀ, ਉਹ ਦੇਖ ਥਣ ਜਿਹੜਾ ਪ੍ਰੋਬਲਮ ਆਉਂਦੀ ਥਣਾ ਜੀ ਉਹ ਨਹੀਂ ਹੁੰਦੀ। ਇਹ ਕਿੰਨੇ ਦਿਨ ਬਾਅਦ ਦਿੰਦੇ ਉਹਨਾਂ ਨੂੰ? ਇਹ ਤਕਰੀਬਨ ਦੇ ਦੀ 10 ਦਿਨ ਬਾਅਦ 12 ਦਿਨ ਬਾਅਦ ਤਕਰੀਬਨ ਦੇ ਦਈਦਾ। ਤੇ ਕੋਈ ਮਸਾਲਾ ਵੀ ਤਿਆਰ ਕੀਤਾ ਜੇ? ਮਸਾਲਾ ਦਿੱਤਾ ਸੀ ਇਹ ਆਪਣਾ ਸਰਦੀ ਚ ਕਰੀਦਾ ਮਸਾਲਾ। ਅੱਛਾ। ਆਲੂ ਵਗੈਰਾ ਪਾ ਕੇ ਨਾ ਉਸ ਤਿਆਰ ਕਰੀਦਾ। ਹਾਲਿਓਂ ਤੇ ਹੋਰ ਕਿਹੜੀਆਂ ਚੀਜ਼ਾਂ ਤੁਸੀਂ ਇਸਤੇਮਾਲ ਕਰਕੇ ਮਸਾਲਾ ਤਿਆਰ ਕਰਦੇ ਹੋ? ਉਹ ਭਾਈ ਛੋਟਾ ਉਹ ਤਿਆਰ ਕਰਦਾ ਜ਼ਿਆਦਾ। ਠੀਕ ਹੈ। ਵੈਸੇ ਮਸਾਲਾ ਜ਼ਿਆਦਾ ਸਰਦੀਆਂ 'ਚ ਖਿਲਾਉਂਦੇ ਹੋ? ਸਰਦੀਆਂ ਜ਼ਿਆਦਾ। ਗਰਮੀਆਂ 'ਚ ਨਹੀਂ ਖਿਲਾਉਂਦੇ? ਨਹੀਂ, ਗਰਮੀ ਸਿਰਫ ਤੇਲ ਦੇਈਦਾ। ਤੇ ਸਰੋਂ ਦਾ? ਸਰੋਂ ਦਾ ਤੇ ਜ਼ਿਆਦਾ ਗੱਬਨ ਹੋ ਜਾਂਦੀ ਹੈ, ਗਾਵਾਂ ਗੱਬਨ ਹੋ ਜਾਣ ਦਾ ਡਾਲ ਦਾ ਘਿਓ ਦੇਈਦਾ। ਅੱਛਾ ਸਰ, ਮਾਸ਼ਾਅੱਲਾ ਤੁਹਾਡੇ ਕੋਲ 21 ਜਾਨਵਰ ਨੇ। ਹਾਂਜੀ। 21 ਜਾਨਵਰਾਂ ਦਾ ਤੁਹਾਡੇ ਕੋਲ ਇਸ ਟਾਈਮ ਦੁੱਧ ਦੇਣ ਲਈ ਕਿੰਨੇ ਜਾਨਵਰ ਮੌਜੂਦ ਨੇ? 21 ਮੇਰੇ ਜਾਨਵਰ ਕੋਲ ਇਸ ਟਾਈਮ 17-18 ਦੇ ਦੁੱਧ ਦੇ ਰਹੇ 17 ਕੁ ਜਾਨਵਰ। ਮਾਸ਼ਾਅੱਲਾ 17 ਦੀ ਰੋਜ਼ਾਨਾ ਦੀ ਰੇਸ਼ੋ ਕੀ ਜਾ ਰਹੀ ਤੁਹਾਡੀ? ਇਹ ਸਾਡੇ ਕੋਲ ਇਸ ਟਾਈਮ 3.5 ਮਣ ਦੇ ਉੱਤੇ ਦੁੱਧ ਹੁੰਦਾ ਮਾਸ਼ਾਅੱਲਾ, ਦੋਨੋਂ ਟਾਈਮ ਦਾ? ਦੋ ਟਾਈਮ ਦਾ। ਦੁੱਧ ਨੂੰ ਦੁੱਧ ਦੇ ਰਹੇ ਹੋ ਕਿ ਜਾਂ ਡੇਰੇ ਤੇ ਸੇਲ ਹੋ ਜਾਂਦਾ ਹੈ? ਦੁੱਧ ਦੀ ਘੱਟ ਹੀ ਦੇ ਰਹੇ ਆ, ਬਾਕੀ ਇਸ ਡੇਰੇ ਤੇ ਸੇਲ ਕਰ ਰਹੇ ਆ। ਡੇਰੇ ਤੇ ਕੀ ਰੇਟ ਦੇ ਰਹੇ ਹੋ ਤੇ ਦੁੱਧ ਨੂੰ ਕੀ ਰੇਟ ਦੇ ਰਹੇ ਹੋ? ਦੁੱਧ ਦੀ ਦੇ ਰਹੇ ਅਸੀਂ 85 ਰੁਪਏ, ਘਰ ਵਾਲੇ ਹੁੰਦੇ ਆ 110 ਰੁਪਏ। 110 ਰੁਪਏ। ਦੁੱਧ ਦੀ ਬਸ ਬੜਾ ਨਾਮ ਦੇਈਦਾ ਸੀਗਾ, ਜ਼ਿਆਦਾ ਜ਼ਾਫੀ ਹੋ ਤੁਹਾਨੂੰ ਦੇ ਦੇ ਇਧਰ ਵਾਈਥੇ ਲੋਕੀ ਲੈ ਜਾਂਦੇ ਨੇ। ਅੱਛਾ ਸਰ, ਇਹਨਾਂ ਦੀ ਬਿਮਾਰੀਆਂ ਦੀ ਗੱਲ ਕਰ ਲੈ ਬੰਦਾ ਤੇ ਤੁਹਾਡਾ ਕੀ ਖਿਆਲ ਹੈ, ਸਰਦੀਆਂ ਦੀ ਬਿਮਾਰੀਆਂ ਜ਼ਿਆਦਾ ਆਉਂਦੀਆਂ ਨੇ ਇਹਨਾਂ ਨੂੰ ਕਿ ਗਰਮੀਆਂ ਜ਼ਿਆਦਾ ਆਉਂਦੀਆਂ ਨੇ? ਗਰਮੀ ਜ਼ਿਆਦਾ ਆਉਂਦੀ ਹੈ। ਕਿਹੜੀ ਬਿਮਾਰੀ ਨਾਲ ਗਰਮੀ ਬਹੁਤ ਦਾ? ਜ਼ਿਆਦਾ ਆਉਂਦੀ, ਮੋਖਰ ਦੀ, ਗਲਘੋਟੂ ਦੀ, ਤੇ ਇਹਨਾਂ ਦੀ ਵੈਕਸੀਨ ਕਰਾ ਲਈ ਦੀ। ਕਿੰਨੀ ਦੇਰ ਬਾਅਦ ਵੈਕਸੀਨੇਸ਼ਨ ਕਰਾਉਂਦੇ ਹੋ ਇਹਨਾਂ ਦੀ? ਤਕਰੀਬਨ ਜਦੋਂ ਲਿਆਈ ਦੀ ਆ ਨਾ ਉਦੋਂ ਲਿਆ ਕਰਾ ਲਈ ਦੀ ਵੈਕਸੀਨ। ਕਰਾਈ ਨਹੀਂ ਵੈਸੇ, ਡਿਵਰਮਿੰਗ ਕਰਾ ਲਈ ਦੀ ਸਾਲ ਚ ਇੱਕ ਦਫਾ। ਡਿਵਰਮਿੰਗ ਸਾਲ 'ਚ ਇੱਕ ਦਫਾ? ਅੱਛਾ, ਕਿਹੜੀ ਇਹਨਾਂ ਨੂੰ ਦਵਾਈ ਪਿਲਾਉਂਦੇ ਹੋ? ਨੀਲਜ਼ੈਨ ਵਗੈਰਾ ਦੀ ਪਿਲਾਈ ਦੀ। ਨੇਲਜ਼ੈਨ। ਹਾਂਜੀ। ਅੱਛਾ, ਉਹਦੀ ਰੇਸ਼ੋ ਵੱਡੇ ਜਾਨਵਰ ਵਾਸਤੇ ਕੀ ਹੁੰਦੀ ਹੈ ਤੇ ਛੋਟੇ ਜਾਨਵਰ ਵਾਸਤੇ ਕੀ ਰੱਖਦੇ ਹੋ ਤੁਸੀਂ?
ਉਹ ਵੱਡੇ ਜਾਨਵਰ ਵਾਸਤੇ ਦਿੰਦੇ ਨੇ ਖੁਰਾਕ ਜਨਾਬ ਕੋਈ ਮੇਰੇ ਖਿਆਲ 20 ਸੀਸੀ ਦਿੰਦੇ ਨੇ ਇੱਕ ਜਾਨਵਰ ਨੂੰ ਉਹ ਦੇ ਦੀ ਹੈ ਸਰ ਮਾਸ਼ਾਅੱਲਾ ਤੁਹਾਡੇ ਜਾਨਵਰ ਬੜੇ ਸਿਹਤਮੰਦ ਨੇ, ਇਹਦੀ ਕੀ ਖਾਸ ਵਜ੍ਹਾ ਹੈ? ਸਿਰਫ ਸਾਡਾ ਜਿਹਾ ਇਹ ਕਿ ਤੂੜੀ ਦੇ ਵੰਡੇ ਦਾ ਇਸਤੇਮਾਲ ਅਸੀਂ ਜ਼ਿਆਦਾ ਕਰ ਰਹੇ ਹਾਂ। ਖੁਸ਼ਕ ਪੱਠੇ ਨਾਲ ਜਾਨਵਰ ਸਿਹਤਮੰਦ ਹੁੰਦਾ ਹੈ? ਸਿਹਤਮੰਦ ਹੁੰਦਾ ਹੈ। ਕੀ ਉਹਦੀ ਵਜ੍ਹਾ ਸਬਜ਼ ਚਾਰੇ ਨਾਲ ਕਿਉਂ ਨਹੀਂ ਸਿਹਤਮੰਦ ਹੁੰਦਾ? ਸਬਜ਼ ਜਾਨਵਰ ਬਰਸੀਨ ਹੈਗਾ ਮਕਈ ਆ ਜਿਹਦੇ 'ਚ ਹੁੰਦਾ ਹੀ ਪਾਣੀ ਅੱਗੇ ਉਹ ਖਾ ਲੇ ਤੇ ਖਾਲੀ ਅੱਗੇ ਰੱਖ ਦਿਓ ਪਾਣੀ ਪਾਣੀ ਹੋ ਜਾਏਗਾ ਜਾਨਵਰ ਵੀ ਸ਼ਾਬ ਜ਼ਿਆਦਾ ਕਰਦਾ ਹੈ ਤੇ ਉਹਦਾ ਗਰੋਥ ਨਹੀਂ ਕਰਦਾ। ਸੁੱਕਾ ਪੱਠਾ ਜਿਹੜਾ ਡੱਕੇ ਵੀ ਲਾ ਕੇ ਰੱਖਦਾ ਹੈ ਜਾਨਵਰ ਨੂੰ। ਮਾਸ਼ਾਅੱਲਾ ਸਰ ਤੁਸੀਂ ਕਾਫੀ ਕੀਮਤੀ ਗੱਲਾਂ ਦੱਸੀਆਂ ਨੇ। ਤੁਸੀਂ ਇਸ ਕਾਰੋਬਾਰ ਤੋਂ ਹੋਰ ਕੀ ਸਿੱਖਿਆ ਜਿਹੜਾ ਸਾਡੇ ਨਾਜ਼ਰੀਨ ਨੂੰ ਦੱਸਣਾ ਚਾਹੁੰਦੇ ਹੋ? ਮਾਸ਼ਾਅੱਲਾ ਤੁਸੀਂ ਇਹ ਕਾਰੋਬਾਰ 'ਚ ਨਵੇਂ ਹੋ ਤੇ ਨਾਲੇ ਕਾਮਯਾਬ ਹੋ। ਮੈਂ ਤੇ ਅੱਲਾ ਸ਼ੁਕਰ ਹੈ ਸਿੱਖਿਆ ਇੱਕ ਹੱਕਲਾ ਤਰੀਕੇ ਨਾਲ। ਪਹਿਲੇ ਨੰਬਰ 'ਤੇ ਬੇਈਮਾਨੀ ਕੋਈ ਨਹੀਂ, ਬੰਦਾ ਕਰਨਾ ਚਾਹੇ ਤਾਂ ਹਰ ਕੰਮ 'ਚ ਬੇਈਮਾਨੀ ਹੈ, ਨਾ ਕਰਨਾ ਚਾਹੇ ਦੋ ਦਾ ਅੱਲਾ ਸ਼ੁਕਰ ਹੈ ਅਸੀਂ ਕਤਰਾ ਪਾਣੀ ਨਹੀਂ ਪਾ ਕੇ ਦਿੰਦੇ ਕਿਸੇ ਨੂੰ, ਇੱਥੇ ਲੋਕ ਆ ਕੇ ਲੈ ਜਾਂਦੇ ਨੇ। ਤੇ ਦੂਸਰੀ ਗੱਲ ਹੈ ਤੇ ਸਵੇਰੇ ਆਓ ਨਮਾਜ਼ ਪੜ੍ਹ ਕੇ ਆਪਣੇ ਡੇਰੇ ਤੇ ਆਓ, ਸ਼ਾਮੀ ਆ ਕੇ ਬਹਿ ਜਾਓ, ਪੁੱਛਣ ਵਾਲਾ ਕੋਈ ਨਹੀਂ ਕਿ ਕਿਸ ਟਾਈਮ ਆਉਣਾ ਕਿਸ ਟਾਈਮ ਨਹੀਂ ਆਉਣਾ। ਸਾਰੇ ਨੌਕਰੀ ਤੇ ਚੰਗਾ ਕਾਰੋਬਾਰ ਹੈ। ਅੱਛਾ ਸਰ ਮਾਸ਼ਾਅੱਲਾ ਤੁਸੀਂ ਇੰਨੇ ਜਾਨਵਰਾਂ ਵਾਸਤੇ ਸ਼ੈੱਡ ਕਿੰਨੀ ਜਗ੍ਹਾ 'ਚ ਬਣਾਇਆ ਹੈ ਤੇ ਵੈਸੇ ਜਗ੍ਹਾ ਟੁੱਟ ਤੁਹਾਡੀ ਕਿੰਨੀ ਹੈ? ਸਾਡੇ ਕੋਲ ਜਿਹੜਾ ਸ਼ੈਡ 10 ਮਰਲੇ 'ਚ ਤਕਰੀਬਨ ਜਿਹੜਾ ਕਲੋਜ਼ ਹੈ ਅੱਛਾ ਓਪਨ ਜਿਹੜਾ 10 ਮਰਲੇ ਦਾ, 10 ਮਰਲੇ। ਬਾਕੀ ਜਿਹੜਾ ਖੁੱਲੀ ਛੱਡੀ ਇੱਕ ਦੋ ਕਨਾਲ ਦੀ ਸਾਈਡ ਦੇ ਡੰਗਰਾਂ ਵਾਸਤੇ। ਅੱਛਾ ਇੱਕ ਕਨਾਲ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਨੇ ਕਿੰਨੇ ਜਾਨਵਰ ਰੱਖੇ ਜਾ ਸਕਦੇ ਈਜ਼ੀਲੀ? 30 ਜਾਨਵਰ ਰੱਖੇ ਜਾ ਸਕਦੇ ਨੇ। 30 32 ਜਾਨਵਰ। ਅੱਛਾ ਅੱਛਾ ਸਰ ਤੁਸੀਂ ਦੁੱਧ ਦੇ ਕਾਰੋਬਾਰ ਦੇ ਨਾਲ ਵਪਾਰ ਦਾ ਕੰਮ ਵੀ ਕਰਦੇ ਹੋ? ਹਾਂਜੀ ਵਪਾਰ ਦਾ ਵੀ ਕਰੀਦਾ, ਇਆਂ ਮੱਝਾਂ ਲਿੰਦੇ ਦਿੰਦੇ ਵੀ ਹੋ? ਲਈਦਾ ਹੈ। ਜਿਹੜੇ ਦੋਸਤ ਵੀਡੀਓ ਵੇਖਦੇ ਨੇ ਪਏ ਅਗਰ ਉਹ ਮੱਝ ਖਰੀਦਣਾ ਚਾਹੁੰਦੇ ਨੇ ਅੱਛੀ ਮੱਝ ਤੁਹਾਡੇ ਕੋਲੋਂ ਮੱਝ ਮਿਲ ਸਕਦੀ ਹੈ ਜਾਂ ਲੈ ਕੇ ਦੇ ਸਕਦੇ ਹੋ? ਨਹੀਂ ਮਿਲ ਸਕਦੀ, ਡੇਰੇ ਤੇ ਦੇਵਾਂਗੇ ਇਨਸ਼ਾਅੱਲਾ। ਇਹ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ, ਮੈਂ ਸਕਰੀਨ ਤੇ ਵੀ ਦੇ ਦਾਂਗਾ। ਮੋਬਾਈਲ ਨੰਬਰ ਹੈ 0333 86 33 870। ਠੀਕ ਹੈ। ਅੱਛਾ ਸਰ ਕੋਈ ਐਸੀ ਗੱਲ ਜਿਹੜੀ ਰਹਿ ਗਈ ਹੋਏ ਸਾਡੇ ਨਵੇਂ ਜਿਹੜੇ ਦੋਸਤ ਨੇ ਉਹ ਵੀਡੀਓ ਵੇਖਦੇ ਨੇ ਕਾਰੋਬਾਰ ਕਰਨਾ ਚਾਹੁੰਦੇ ਨੇ ਤਾਂ ਉਹ ਕਾਰੋਬਾਰ ਸਟਾਰਟ ਕਰਨ ਤੁਹਾਡਾ ਕੀ ਖਿਆਲ ਉਹਨਾਂ ਕੋਲ ਮੁਖਲਸ ਮਸ਼ਵਰਾ ਦੇ ਦਿਓ ਕਿੰਜੋ ਕਾਰੋਬਾਰ ਸਟਾਰਟ ਕਰਨ? ਮੁਖਲਸ ਮਸ਼ਵਰਾ ਤਾਂ ਇਹ ਹੀ ਹੈ ਕਿ ਅਗਰ ਇਸ ਨੂੰ ਕੰਮ ਨੂੰ ਕਰਨਾ ਹੈ ਤੇ ਕੰਮ ਜਿਹੜੇ ਨਵੇਂ ਕਰ ਰਹੇ ਨੇ ਕੰਮ 7-8 ਮੱਝਾਂ ਤੋਂ ਸ਼ੁਰੂ ਕਰੇ, ਇੱਕ ਦੋ ਮੱਝ ਦਾ ਕੋਈ ਕਾਰੋਬਾਰ ਨਹੀਂ, ਉਹਦੇ ਨਾਲ ਖਰਚਾ ਵੀ ਪੂਰਾ ਨਹੀਂ ਕਰਦੀ। ਤੇ ਜਿੰਨੀ ਬਿਹਤਰ ਇਨਵੈਸਟਮੈਂਟ ਕਰੋਗੇ ਉਤੇ ਬਿਹਤਰ ਰਿਜ਼ਲਟ ਦੇਗੀ। ਜੀ ਸਰ ਬਹੁਤ ਸ਼ੁਕਰੀਆ ਮਾਸ਼ਾਅੱਲਾ ਬਹੁਤ ਕੀਮਤੀ ਤੁਹਾਨੂੰ ਗੱਲਾਂ ਦੱਸੀਆਂ ਨੇ। ਅੱਲਾ ਹਾਫਿਜ਼।